सत श्री अकाल ਸਾਰੇ ਦਰਸ਼ਕਾਂ ਦਾ ਅੱਜ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਤੋਂ ਕਿੰਨੇ ਹੋ ਗਏ ਨੇ ਕਰੋਨਾ ਵਾਇਰਸ ਦੇ ਅੰਕੜੇ ਤੇ ਹਰ ਸੂਬੇ ਦੇ ਵਿੱਚ ਕਿੰਨੇ ਹੋ ਗਏ ਨੇ ਠੀਕ, ਕਿੰਨੀਆਂ ਹੋਈਆਂ ਮੌਤਾਂ ਤੇ ਕਿੰਨੇ ਨੇ ਮਰੀਜ਼। ਐਡਮੰਟਨ ਵਿੱਚ 2 ਥਾਵਾਂ ਤੇ ਪਰਿਵਾਰਾਂ ਵੱਲੋਂ ਕੀਤੇ ਇਕੱਠ ਕਰਕੇ ਫੈਲਿਆ ਕਰੋਨਾ ਵਾਇਰਸ। ਹੁਣ ਤੱਕ 10 ਮਰੀਜ਼ਾਂ ਦੀ ਗਿਣਤੀ ਇਸ ਕਰਕੇ ਆਈ ਸਾਹਮਣੇ। ਓਨਟਾਰੀਓ ਸਰਕਾਰ ਨੇ ਦੱਸਿਆ ਅੱਜ ਸਾਹਮਣੇ ਆਏ ਅੰਕੜਿਆਂ ਵਿੱਚੋਂ 80 ਤੋਂ ਜ਼ਿਆਦਾ ਮਰੀਜ਼ ਹਨ ਪ੍ਰਵਾਸੀ ਕਾਮੇ। ਪ੍ਰਵਾਸੀ ਕਾਮਿਆਂ ਬਾਰੇ ਹੋਰ ਵੀ ਜਾਣਕਾਰੀ ਕੀਤੀ ਗਈ ਜਾਰੀ। ਸਰੀ ਵਿੱਚ ਅੱਜ ਰੇਲ ਯਾਰਡ ਅੰਦਰ ਇੱਕ ਰੇਲਵੇ ਦੇ ਕਾਮੇ ਦੀ ਮੌਤ, ਚੱਲ ਰਹੀ ਹੈ ਜਾਂਚ। ਯੋਗਤਾ ਰੱਖਣ ਤੇ ਵੀ ਸਰਕਾਰੀ ਮਦਦ ਲਈ ਅਪਲਾਈ ਨਾ ਕਰਨ ਵਾਲੇ ਲੈਂਡਲੌਰਡਸ ਦੇ ਲਈ ਐਕਟ ਲਾਗੂ, ਨਹੀਂ ਦੇ ਸਕਦੇ ਐਵਿਕਸ਼ਨ ਨੋਟਿਸ। ਕੈਨੇਡਾ ਸਰਕਾਰ ਨੇ ਵੱਖੋ-ਵੱਖਰੇ ਸ਼ਹਿਰਾਂ ਲਈ ਮਦਦ ਲਈ 2 ਬਿਲੀਅਨ ਤੋਂ ਵੱਧ ਦੀ ਮਦਦ ਦਾ ਕੀਤਾ ਐਲਾਨ। ਦੱਸਾਂਗੇ ਹੋਰ ਕੀ ਕੁਝ ਕਿਹਾ ਗਿਆ। ਮੌਂਟਰੀਅਲ ਵਿੱਚ ਪ੍ਰਦਰਸ਼ਨਾਂ ਨੇ ਧਾਰਿਆ ਹਿੰਸਕ ਰੂਪ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤੀ ਨਿਖੇਧੀ ਤੇ ਕਾਲੇ ਭਾਈਚਾਰੇ ਦੇ ਨੌਜਵਾਨਾਂ ਲਈ ਦਿੱਤਾ ਸੰਦੇਸ਼। ਬੱਸ ਵਿੱਚ 17 ਸਾਲਾ ਲੜਕੀ ਤੇ ਇੱਕ ਔਰਤ ਨੇ ਕੀਤਾ ਹਮਲਾ। ਪੁਲਿਸ ਨੇ ਵੀਡੀਓ ਜਾਰੀ ਕਰਕੇ ਔਰਤ ਨੂੰ ਲੱਭਣ ਲਈ ਮੰਗੀ ਮਦਦ। ਇਸ ਤਰ੍ਹਾਂ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਅਹਿਮ ਦੇਸ਼ ਭਰ ਤੋਂ ਅੰਕੜਿਆਂ ਤੋਂ। ਕੈਨੇਡਾ ਭਰ ਵਿੱਚ ਹੁਣ ਤੱਕ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 91,705 ਹੋ ਚੁੱਕੀ ਹੈ, ਜਿਸ ਤੋਂ 49,726 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਪਰ 7326 ਹੁਣ ਤੱਕ ਕੁੱਲ ਮੌਤਾਂ ਹੋਣ ਦੀ ਗਿਣਤੀ ਦੀ ਪੁਸ਼ਟੀ ਕੀਤੀ ਗਈ ਹੈ। ਜੇਕਰ ਐਲਬਰਟਾ ਤੋਂ ਗੱਲ ਕਰਦੇ ਹਾਂ ਤਾਂ ਐਲਬਰਟਾ ਤੋਂ ਹੁਣ ਤੱਕ ਕਰੋਨਾ ਵਾਇਰਸ ਦੇ ਕੁੱਲ ਮਾਮਲੇ 7,044 ਹੋ ਚੁੱਕੇ ਨੇ, ਜਿੱਥੇ ਕਿ 6200 ਤੋਂ ਵੱਧ ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ ਤੇ 143 ਮੌਤਾਂ ਹੋਣ ਦੀ ਪੁਸ਼ਟੀ ਹੁਣ ਤੱਕ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਤੋਂ ਹੁਣ ਤੱਕ 2597 ਕਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਸਾਹਮਣੇ ਆਈ ਹੈ, ਜਿੱਥੇ ਕਿ 165 ਮੌਤਾਂ ਹੋਈਆਂ ਨੇ ਤੇ 2200 ਤੋਂ ਵੱਧ ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਮੈਨੀਟੋਬਾ ਤੋਂ ਹੁਣ ਤੱਕ 295 ਕਰੋਨਾ ਵਾਇਰਸ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿੱਥੇ 278 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਗਏ ਨੇ ਤੇ 7 ਮੌਤਾਂ ਦੀ ਪੁਸ਼ਟੀ ਵੀ ਕੀਤੀ ਗਈ ਹੈ। ਨਿਊ ਬ੍ਰੰਸਵਿਕ ਤੋਂ ਹੁਣ ਤੱਕ 132 ਕਰੋਨਾ ਵਾਇਰਸ ਦੇ ਮਰੀਜ਼ ਹੋ ਚੁੱਕੇ ਨੇ। ਮੌਤ ਉੱਥੇ ਇੱਕ ਵੀ ਨਹੀਂ ਹੋਈ, ਪਰ ਸੈਂਕੜੇ ਦੇ ਕਰੀਬ ਵਿਅਕਤੀ ਕਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਵੀ ਉੱਥੇ ਹੋ ਚੁੱਕੇ ਨੇ। ਨਿਊਫਾਊਂਡਲੈਂਡ ਤੋਂ ਹੁਣ ਤੱਕ 261 ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ, 3 ਮੌਤਾਂ ਦੀ ਪੁਸ਼ਟੀ ਕੀਤੀ ਗਈ ਹੈ ਤੇ 255 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਨੋਵਾ ਸਕੋਸ਼ੀਆ ਵਿੱਚ ਹੁਣ ਤੱਕ 1057 ਕਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਸਾਹਮਣੇ ਆਈ ਹੈ, ਜਿੱਥੇ ਹੁਣ ਤੱਕ 60 ਮੌਤਾਂ ਵੀ ਹੋ ਚੁੱਕੀਆਂ ਨੇ ਤੇ ਨਾਲ ਹੀ 984 ਵਿਅਕਤੀ ਪੂਰੀ ਤਰ੍ਹਾਂ ਕਰੋਨਾ ਵਾਇਰਸ ਤੋਂ ਠੀਕ ਵੀ ਹੋ ਚੁੱਕੇ ਨੇ। ਓਨਟਾਰੀਓ ਤੋਂ ਹੁਣ ਤੱਕ 28,263 ਮਰੀਜ਼ਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿੱਥੇ ਕਿ 2276 ਮੌਤਾਂ ਹੋ ਚੁੱਕੀਆਂ ਨੇ ਤੇ 22,153 ਵਿਅਕਤੀ ਪੂਰੀ ਤਰ੍ਹਾਂ ਠੀਕ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਪ੍ਰਿੰਸ ਐਡਵਰਡ ਆਈਲੈਂਡ ਤੋਂ 27 ਮਾਮਲੇ ਹੁਣ ਤੱਕ ਸਾਹਮਣੇ ਆਏ ਨੇ ਤੇ 27 ਹੀ ਮਰੀਜ਼ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਕਿਊਬੈਕ ਤੋਂ ਹੁਣ ਤੱਕ 51,354 ਕਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਸਾਹਮਣੇ ਆਈ ਹੈ, ਜਿੱਥੇ 4,661 ਵਿਅਕਤੀਆਂ ਦੀ ਮੌਤ ਹੋਈ ਹੈ ਤੇ 16,500 ਤੋਂ ਵੱਧ ਵਿਅਕਤੀ ਪੂਰੀ ਤਰ੍ਹਾਂ ਕਰੋਨਾ ਵਾਇਰਸ ਤੋਂ ਠੀਕ ਵੀ ਹੋ ਚੁੱਕੇ ਨੇ। ਸਸਕੈਚੁਅਨ ਤੋਂ ਹੁਣ ਤੱਕ 646 ਕਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਸਾਹਮਣੇ ਆਈ ਹੈ, ਜਿੱਥੇ ਕਿ 11 ਮੌਤਾਂ ਹੋ ਚੁੱਕੀਆਂ ਨੇ ਤੇ 588 ਵਿਅਕਤੀ ਪੂਰੀ ਤਰ੍ਹਾਂ ਠੀਕ ਵੀ ਹੋ ਚੁੱਕੇ ਨੇ। ਨਾਰਥ ਵੈਸਟ ਟੈਰੀਟਰੀਜ਼ ਤੋਂ 5 ਮਰੀਜ਼ਾਂ ਦੀ ਗਿਣਤੀ ਸਾਹਮਣੇ ਆਈ ਸੀ ਤੇ 5 ਹੀ ਠੀਕ ਹੋ ਗਏ ਨੇ। ਯੂਕੋਨ ਤੋਂ 11 ਮਰੀਜ਼ਾਂ ਦੀ ਗਿਣਤੀ ਸਾਹਮਣੇ ਆਈ ਸੀ ਤੇ 11 ਹੀ ਪੂਰੀ ਤਰ੍ਹਾਂ ਹੁਣ ਤੱਕ ਠੀਕ ਹੋ ਚੁੱਕੇ ਨੇ। ਜਿਵੇਂ ਕਿ ਵੀਕਐਂਡ ਲੰਘਿਆ ਤੇ ਇਸ ਦੌਰਾਨ ਦੇਸ਼ ਭਰ ਦੇ ਵਿੱਚ ਆਰਥਿਕਤਾ ਨੂੰ ਖੋਲ੍ਹਣ ਵਾਸਤੇ ਜਿੱਥੇ ਫੈਸਲੇ ਲਏ ਜਾ ਰਹੇ ਨੇ ਤੇ ਕਈ ਵਪਾਰ ਖੋਲ੍ਹ ਦਿੱਤੇ ਗਏ ਨੇ, ਤਾਂ ਲੋਕਾਂ ਦੇ ਮਨਾਂ ਵਿੱਚੋਂ ਕਰੋਨਾ ਵਾਇਰਸ ਨੂੰ ਲੈ ਕੇ ਡਰ ਵੀ ਘੱਟ ਹੁੰਦਾ ਦਿਖਾਈ ਦੇ ਰਿਹਾ ਹੈ। ਸ਼ਾਇਦ ਇਹੋ ਵੱਡਾ ਕਾਰਨ ਸੀ ਕਿ ਵੀਕਐਂਡ ਦੇ ਉੱਤੇ ਵੀ ਕਈ ਪਰਿਵਾਰਾਂ ਦੇ ਵੱਲੋਂ ਇਕੱਠ ਕੀਤੇ ਗਏ ਤੇ ਇਹਨਾਂ ਦੌਰਾਨ ਹੀ ਐਡਮੰਟਨ ਤੋਂ ਜੋ ਮਾਮਲੇ ਸਾਹਮਣੇ ਆਏ ਨੇ ਉਸ ਦਾ ਜ਼ਿਕਰ ਕਰਾਂਗੇ। ਇਸ ਮੌਕੇ ਐਲਬਰਟਾ ਦੇ ਹੈਲਥ ਆਫਿਸਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਐਡਮੰਟਨ ਦੇ ਵਿੱਚ 2 ਥਾਵਾਂ ਦੇ ਉੱਤੇ ਪਰਿਵਾਰਕ ਇਕੱਠ ਦੌਰਾਨ ਛੋਟੇ ਆਊਟਬ੍ਰੇਕ ਹੋਣ ਦੇ ਮਾਮਲੇ ਸਾਹਮਣੇ ਆਏ, ਜਿੱਥੇ ਹੁਣ ਤੱਕ ਉਸ ਇਕੱਠ ਦੇ ਕਰਕੇ 10 ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸਾਹਮਣੇ ਆ ਚੁੱਕੀ ਹੈ। ਇਸ ਸੰਬੰਧੀ ਸਿਹਤ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੇ ਉੱਤੇ ਹੋਰ ਜ਼ਿਆਦਾ ਉਹ ਵਿਅਕਤੀ ਜਿਨ੍ਹਾਂ ਦੇ ਵੀ ਸੰਪਰਕ ਵਿੱਚ ਆਏ ਜਾਂਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਟੈਸਟ ਕਰਵਾਏ ਜਾ ਰਹੇ ਨੇ, ਜਿਨ੍ਹਾਂ ਦੇ ਵੱਲੋਂ ਟਰੈਕ ਕੀਤਾ ਜਾਂਦਾ ਹੈ ਉਹਨਾਂ ਵਿਅਕਤੀਆਂ ਨੂੰ ਜਿਹੜੇ ਕਰੋਨਾ ਵਾਇਰਸ ਤੋਂ ਪੀੜਤ ਹੋਏ
ਕਿ ਉਹ ਕਿਹੜੇ ਵਿਅਕਤੀਆਂ ਦੇ ਕੋਲ ਗਏ ਸੀ, ਕਿੱਥੇ ਗਏ ਸੀ ਤੇ ਇਸ ਦੌਰਾਨ ਉਹਨਾਂ ਸਭ ਦੇ ਟੈਸਟ ਕੀਤੇ ਜਾ ਰਹੇ ਨੇ ਤੇ ਜਿਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਵੀ ਵਿਅਕਤੀ ਅਜਿਹਾ ਨਾ ਬਚੇ ਜੋ ਉਹਨਾਂ ਦੇ ਸੰਪਰਕ ਵਿੱਚ ਆਇਆ ਤੇ ਕਰੋਨਾ ਵਾਇਰਸ ਦਾ ਟੈਸਟ ਹੋਣ ਤੋਂ ਉਹਨਾਂ ਦਾ ਰਹਿ ਗਿਆ ਹੋਵੇ। ਤੇ ਇਸ ਸੰਬੰਧੀ ਜਿਵੇਂ ਕਿ ਸੂਬਿਆਂ ਦੇ ਵਿੱਚ ਪਰਿਵਾਰਕ ਇਕੱਠ ਕਰਨ ਵਾਸਤੇ ਛੋਟੇ ਇਕੱਠ ਨੇ ਜੋ ਉਹਨਾਂ ਵਾਸਤੇ ਇਜਾਜ਼ਤ ਕਈਆਂ 'ਚ ਬੇਸ਼ੱਕ ਦੇ ਦਿੱਤੀ ਗਈ ਹੋਵੇ, 1 ਜੂਨ ਜਿਵੇਂ ਅੱਜ ਹੈਗੀ ਹੈ ਤੇ ਅੱਜ ਤੋਂ ਕਈ ਥਾਵਾਂ ਦੇ ਉੱਤੇ ਆਰਥਿਕਤਾ ਨੂੰ ਖੋਲ੍ਹਣ ਦੇ ਲਈ ਤੇ ਨਾਲ ਹੀ ਜਿਹੜੀਆਂ ਚੀਜ਼ਾਂ ਬੰਦ ਕੀਤੀਆਂ ਹੋਈਆਂ ਸੀ, ਬੈਨ ਕੀਤੀਆਂ ਹੋਈਆਂ ਸੀ, ਉਹਨਾਂ ਸੰਬੰਧੀ ਵੀ ਕਈ ਫੈਸਲੇ ਨੇ ਜੋ ਲਾਗੂ ਹੋ ਗਏ ਨੇ। ਪਾਰਕਾਂ ਨੂੰ ਖੋਲ੍ਹਣ ਦੇ ਬਾਰੇ ਫੈਸਲੇ ਸੀ ਜਾਂ ਲੋਕਾਂ ਦਾ ਘੁੰਮਣਾ ਹੋਵੇ ਉਹ ਵੀ ਸ਼ੁਰੂ ਹੋ ਗਿਆ ਹੈ। ਤਾਂ ਇਸ ਸੰਬੰਧੀ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਤੇ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ ਕਿ ਜਦੋਂ ਪਰਿਵਾਰਕ ਇਕੱਠ ਹੁੰਦੇ ਨੇ ਤਾਂ ਉਸ ਦੇ ਵਿੱਚ ਛੋਟੇ ਬੱਚੇ, ਬਜ਼ੁਰਗ ਜਾਂ ਫਿਰ ਉਹ ਵਿਅਕਤੀ ਜੋ ਪਹਿਲਾਂ ਤੋਂ ਕਿਸੇ ਬਿਮਾਰੀ ਤੋਂ ਪੀੜਤ ਹੋਣ, ਜੇਕਰ ਉਹ ਕਰੋਨਾ ਵਾਇਰਸ ਦੇ ਸੰਪਰਕ ਵਿੱਚ ਆ ਜਾਂਦੇ ਨੇ ਤਾਂ ਉਹਨਾਂ ਦੇ ਵਾਸਤੇ ਕਰੋਨਾ ਵਾਇਰਸ ਦੀ ਬਿਮਾਰੀ ਨਾਲ ਲੜਨਾ ਕਾਫੀ ਜ਼ਿਆਦਾ ਇਸ ਮੌਕੇ ਚੁਣੌਤੀ ਭਰਿਆ ਹੋ ਜਾਂਦਾ ਹੈ, ਜਿਸ ਕਰਕੇ ਖਾਸ ਤੌਰ 'ਤੇ ਕਿਹਾ ਜਾਂਦਾ ਹੈ ਕਿ ਪਰਿਵਾਰਕ ਇਕੱਠ ਜੇਕਰ ਕਰਨੇ ਵੀ ਨੇ ਤਾਂ ਉੱਥੇ ਜ਼ਰੂਰ ਦੇਖਿਆ ਜਾਵੇ ਕਿ ਜਿਹੜਾ ਤਾਂ ਤੁਸੀਂ ਇੱਕ ਪੁਸ਼ਟੀ ਕਰੋ ਕਿ ਕੋਈ ਵਿਅਕਤੀ ਬਿਮਾਰ ਨਾ ਹੋਵੇ। ਤਾਂ ਦੂਜੀ ਗੱਲ ਇਹ ਹੈ ਕਿ ਘਰ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਜੇ ਵੱਖਰੇ ਤੌਰ ਦੇ ਉੱਤੇ ਹੀ ਰੱਖਿਆ ਜਾਵੇ ਹਜੇ ਜਦੋਂ ਤੱਕ ਕਰੋਨਾ ਵਾਇਰਸ ਦਾ ਕਹਿਰ ਹੋਰ ਜ਼ਿਆਦਾ ਨਹੀਂ ਘੱਟ ਜਾਂਦਾ ਤਾਂ ਬਿਹਤਰ ਹੋਵੇਗਾ ਉਹਨਾਂ ਦੇ ਵਾਸਤੇ ਤੇ ਪਰਿਵਾਰ ਦੇ ਵਾਸਤੇ ਵੀ, ਕਿਉਂਕਿ ਜੇ ਉਹ ਵੀ ਕਿਸੇ ਦੇ ਸੰਪਰਕ ਵਿੱਚ ਆ ਕੇ ਕਰੋਨਾ ਵਾਇਰਸ ਦੇ ਪੀੜਤ ਹੋ ਜਾਂਦੇ ਨੇ ਤਾਂ ਪੂਰੇ ਪਰਿਵਾਰ ਦੇ ਵਿੱਚ ਉਸ ਲਈ ਖਤਰਾ ਪੈਦਾ ਹੋ ਸਕਦਾ ਹੈ। ਤਾਂ ਕੁਝ ਇਸੇ ਤਰ੍ਹਾਂ ਓਨਟਾਰੀਓ ਤੋਂ ਵੀ ਮਾਮਲੇ ਸਾਹਮਣੇ ਆਏ ਜਿੱਥੇ ਕਿ ਪ੍ਰਵਾਸੀ ਕਾਮਿਆਂ ਦੇ ਸੰਬੰਧੀ ਜਾਣਕਾਰੀ ਜਾਰੀ ਕੀਤੀ ਗਈ ਹੈ ਕਿ 80 ਦੇ ਕਰੀਬ ਪ੍ਰਵਾਸੀ ਕਾਮਿਆਂ ਨੂੰ ਜੋ ਅੱਜ ਗਿਣਤੀ ਸਾਹਮਣੇ ਆਈ ਹੈ ਕਰੋਨਾ ਵਾਇਰਸ ਦੀ, ਉਸ ਦੇ ਵਿੱਚ ਕਰੋਨਾ ਵਾਇਰਸ ਹੋਣ ਦੀ ਗੱਲ ਦੱਸੀ ਗਈ। ਓਨਟਾਰੀਓ ਤੋਂ ਕੋਵਿਡ-19 ਨਾਲ ਸੰਬੰਧਿਤ ਜੋ ਅੰਕੜੇ ਜਾਰੀ ਕੀਤੇ ਗਏ ਨੇ ਉਹ ਇੱਕ ਪਾਸੇ ਤਾਂ ਇਹ ਦਿਖਾਉਂਦੇ ਨੇ ਕਿ ਪਹਿਲਾਂ ਨਾਲੋਂ ਮਾਮਲੇ ਘੱਟ ਸਾਹਮਣੇ ਆ ਰਹੇ ਨੇ, ਪਰ ਫਿਰ ਵੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਰੋਨਾ ਵਾਇਰਸ ਦੇ ਨਵੇਂ ਮਰੀਜ਼ਾਂ ਦੀ ਗਿਣਤੀ ਸਾਹਮਣੇ ਆ ਰਹੀ ਹੈ, ਜਿਸ ਦੇ ਵਿੱਚ ਅੱਜ ਦੱਸਿਆ ਗਿਆ ਕਿ 404 ਮਾਮਲੇ ਸਾਹਮਣੇ ਆਏ ਨੇ, ਜਿਸ ਦੇ ਵਿੱਚ 80 ਤੋਂ ਵੱਧ ਪ੍ਰਵਾਸੀ ਕਾਮੇ ਨੇ ਜੋ ਕਿ ਸਾਊਥ ਵੈਸਟ ਓਨਟਾਰੀਓ ਦੇ ਵਿੱਚ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਪਾਏ ਗਏ, ਜਿਸ ਦੇ ਸੰਬੰਧੀ ਸਿਹਤ ਅਧਿਕਾਰੀ ਦੇ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ ਤੇ ਨਾਲ ਹੀ ਪ੍ਰੀਮੀਅਰ ਡਗ ਫੋਰਡ ਨੇ ਵੀ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 80 ਤੋਂ ਵੱਧ ਪ੍ਰਵਾਸੀ ਕਾਮਿਆਂ ਨੂੰ ਕਰੋਨਾ ਵਾਇਰਸ ਦੇ ਮਰੀਜ਼ ਪਾਇਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਪ੍ਰਵਾਸੀ ਕਾਮਿਆਂ ਨੂੰ ਸੁਰੱਖਿਅਤ ਰੱਖਣ ਵਾਸਤੇ ਤੇ ਨਾਲ ਹੀ ਉਹਨਾਂ ਦੇ ਟੈਸਟ ਕਰਨ ਦੇ ਵਾਸਤੇ ਹੋਰ ਜ਼ਿਆਦਾ ਉਪਰਾਲੇ ਕੀਤੇ ਜਾ ਰਹੇ ਨੇ ਤੇ ਜਿਹੜੀ ਸਪਲਾਈ ਚੇਨ ਦੇ ਵਿੱਚ ਉਹ ਕੰਮ ਕਰਦੇ ਨੇ ਉਸ ਨੂੰ ਵੀ ਸੁਰੱਖਿਅਤ ਰੱਖਣ ਦੇ ਵਾਸਤੇ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਸਾਰਾ ਕੁਝ ਸੁਰੱਖਿਅਤ ਰਹੇ। ਜੋ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਂਦਾ ਹੈ ਉਸ ਦੇ ਨਾਲ ਵੀ ਇਨਫੈਕਸ਼ਨ ਫੈਲਣ ਦਾ ਡਰ ਨਾ ਰਹੇ। ਇਸ ਸੰਬੰਧੀ ਐਸੋਸੀਏਟ ਮੈਡੀਕਲ ਆਫਿਸਰ ਆਫ ਹੈਲਥ ਬਾਰਬਰਾ ਯੈਫੇ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਨਾਰਫੋਕ ਕਾਉਂਟੀ ਦੇ ਵਿੱਚ 85 ਕਾਮਿਆਂ ਨੂੰ ਕਰੋਨਾ ਵਾਇਰਸ ਤੋਂ ਪੋਜ਼ਿਟਿਵ ਪਾਇਆ ਗਿਆ ਹੈ, ਜਿੱਥੇ ਕਿ 5 ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਅੱਜ ਹੀ ਕਾਨਫਰੰਸ ਦੇ ਵਿੱਚ ਇਹ ਜਾਣਕਾਰੀ ਸਿਹਤ ਅਧਿਕਾਰੀ ਨੇ ਦਿੱਤੀ, ਜਿਸ ਦੇ ਵਿੱਚ ਉਹਨਾਂ ਕਿਹਾ ਕਿ ਅਸੈਂਸ਼ੀਅਲ ਕਾਮੇ ਇਸ ਸਮੇਂ ਸਭ ਤੋਂ ਮੁੱਖ ਕੰਮ ਨੇ ਜੋ ਉਹ ਕਰ ਰਹੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੀ ਸਿਹਤ ਦਾ ਧਿਆਨ ਰੱਖਣ ਵਾਸਤੇ ਵੱਖੋ ਵੱਖਰੇ ਕਦਮ ਵੀ ਚੁੱਕੇ ਜਾ ਰਹੇ ਨੇ, ਕਿਉਂਕਿ ਕਈ ਅਜਿਹੇ ਖੇਤੀਬਾੜੀ ਨਾਲ ਸੰਬੰਧਿਤ ਫਾਰਮ ਹੈਗੇ ਨੇ ਜਿੱਥੇ ਕਿ ਕਰੋਨਾ ਵਾਇਰਸ ਫੈਲਣ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਇਸ ਦੌਰਾਨ ਇਹ ਵੀ ਦੱਸਿਆ ਗਿਆ ਕਿ ਕਰੋਨਾ ਵਾਇਰਸ ਦੇ ਟੈਸਟ ਕਰਨ ਦੇ ਵਾਸਤੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿੰਨੀ ਛੇਤੀ ਹੋ ਸਕਦੇ ਨੇ ਜਿੰਨੇ ਜ਼ਿਆਦਾ ਟੈਸਟ ਕੀਤੇ ਜਾਣ। ਓਨਟਾਰੀਓ ਦੇ ਵਿੱਚ ਇਸ ਸਮੇਂ ਵੱਖੋ ਵੱਖਰੀਆਂ 20 ਲੈਬੋਰੇਟਰੀਜ਼ ਚੱਲ ਰਹੀਆਂ ਨੇ ਜਿੱਥੇ ਕਿ ਟੈਸਟ ਕੀਤੇ ਜਾ ਰਹੇ ਨੇ ਤੇ ਜੋ ਅੰਕੜੇ ਜਾਰੀ ਕੀਤੇ ਗਏ ਉਸ ਮੁਤਾਬਕ ਕੱਲ ਹੀ 20 ਲੈਬੋਰੇਟਰੀਜ਼ ਦੇ ਵਿੱਚ 14,379 ਸੈਂਪਲ ਪ੍ਰਕਿਰਿਆ ਅਧੀਨ ਸਨ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਦਿਨ ਦੇ ਵਿੱਚ 25,000 ਤੱਕ ਟੈਸਟ ਕਰਨ ਦੇ ਸਮਰੱਥਾ ਇਹਨਾਂ ਲੈਬੋਰੇਟਰੀਜ਼ ਦੇ ਵਿੱਚ ਬਣਾਈ ਗਈ ਹੈ। ਜੋ ਸੋਮਵਾਰ ਨੂੰ ਨਵੇਂ 404 ਮਾਮਲੇ ਸਾਹਮਣੇ ਆਏ ਨੇ ਉਹਨਾਂ ਦੇ ਵਿੱਚ 120 ਮਾਮਲੇ ਟੋਰਾਂਟੋ ਤੋਂ ਸਾਹਮਣੇ ਆਏ ਨੇ ਤੇ 103 ਮਾਮਲੇ ਪੀਲ ਖੇਤਰ ਤੋਂ ਸਾਹਮਣੇ ਆਏ ਨੇ। ਓਨਟਾਰੀਓ ਦੇ ਵਿੱਚ ਹੁਣ ਕੁੱਲ 28,263 ਕਰੋਨਾ ਵਾਇਰਸ ਦੇ ਮਾਮਲੇ ਪਾਏ ਜਾ ਚੁੱਕੇ ਨੇ, ਜਿਨ੍ਹਾਂ ਵਿੱਚੋਂ 781 ਇਸ ਸਮੇਂ ਹਸਪਤਾਲਾਂ ਦੇ ਵਿੱਚ ਭਰਤੀ ਨੇ, ਜੋ ਕਿ ਅਪ੍ਰੈਲ 14 ਤੋਂ ਬਾਅਦ ਹੁਣ ਤੱਕ ਸਭ ਤੋਂ ਘੱਟ ਗਿਣਤੀ ਦੱਸੀ ਗਈ ਹੈ। ਇਸ ਦੇ ਨਾਲ ਹੀ 125 ਉਹਨਾਂ ਦੇ ਵਿੱਚੋਂ ICU ਦੇ ਵਿੱਚ ਨੇ ਤੇ 99 ਮਰੀਜ਼ ਇਸ ਸਮੇਂ ਵੈਂਟੀਲੇਟਰ ਤੇ ਨੇ। ਅਗਲੀ ਖਬਰ ਹੈ ਸਰੀ ਤੋਂ, ਜਿੱਥੇ ਕਿ ਰੇਲਵੇ ਵਿਭਾਗ ਦੇ ਇੱਕ ਕਾਮੇ ਦੀ ਅੱਜ ਮੌਤ ਹੋਈ ਹੈ। ਕਾਮੇ ਦੀ ਮੌਤ ਰੇਲ ਦੀ ਯਾਰਡ ਵਿੱਚ ਹੋਈ ਹੈ ਤੇ ਇਸ ਦੌਰਾਨ ਸਵਿਚਿੰਗ ਕਰ ਰਿਹਾ ਸੀ ਉਹ ਜਦੋਂ ਉਸ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਤੇ ਹਾਦਸੇ ਦੇ ਬਾਰੇ ਅਧਿਕਾਰੀਆਂ ਨੇ ਆਖਿਰ ਕੀ ਕੁਝ ਦੱਸਿਆ ਉਹ ਤੁਹਾਨੂੰ ਦੱਸਦੇ ਹਾਂ। ਕੈਨੇਡੀਅਨ ਨੈਸ਼ਨਲ ਰੇਲਵੇ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੇ ਇੱਕ ਕਾਮੇ ਦੀ ਅੱਜ ਮੌਤ ਹੋਈ ਹੈ। ਦਰਅਸਲ ਸਰੀ ਵਿੱਚ ਰੇਲ ਯਾਰਡ ਦੇ ਅੰਦਰ
ਸਵਿਚਿੰਗ ਕਰ ਰਿਹਾ ਸੀ ਉਹ ਤੇ ਉਸ ਦੌਰਾਨ ਉਸ ਦੀ ਹਾਦਸੇ ਦੇ ਵਿੱਚ ਮੌਤ ਹੋ ਗਈ। ਹਾਦਸਾ ਕਿਵੇਂ ਤੇ ਕੀ ਵਾਪਰਿਆ ਉਸ ਦੇ ਬਾਰੇ ਵਿਸਥਾਰ ਦੇ ਵਿੱਚ ਅਜੇ ਨਹੀਂ ਦੱਸਿਆ ਗਿਆ। ਇਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਜਾਂਚ ਚੱਲ ਰਹੀ ਹੈ। ਸੀਐਨ ਰੇਲਵੇ ਤੋਂ ਬੁਲਾਰੇ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸੋਮਵਾਰ ਸਵੇਰੇ 2 ਵਜੇ ਦੇ ਕਰੀਬ ਇਹ ਵਾਪਰਿਆ, ਜਦੋਂ ਉਹਨਾਂ ਦੇ ਇੱਕ ਕਾਮੇ ਦੀ ਮੌਤ ਹੋ ਗਈ ਤੇ ਮਾਮਲੇ ਦੀ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਤੇ ਨਾਲ ਹੀ BC ਕੋਰਨਰਸ ਸਰਵਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਕਿਹਾ ਹੈ ਕਿ ਹਜੇ ਉਹ ਜਿਹੜੇ ਕਾਮੇ ਦੀ ਮੌਤ ਹੋਈ ਹੈ ਉਸ ਦੀ ਪਛਾਣ ਨੂੰ ਜਨਤਕ ਨਹੀਂ ਕਰ ਸਕਦੇ। ਇਸ ਦੇ ਉੱਤੇ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਉਹ ਪੂਰੀ ਜਾਣਕਾਰੀ ਨਹੀਂ ਦੇ ਸਕਦੇ ਤੇ ਹਜੇ ਤੱਕ ਇੱਕ ਮੌਤ ਹੋਣ ਦੀ ਪੁਸ਼ਟੀ ਹੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ, ਜਿਨ੍ਹਾਂ ਕਿਹਾ ਕਿ ਜਦੋਂ ਇੱਕ ਵਾਰ ਜਾਂਚ ਪੂਰੀ ਹੋ ਗਈ ਤਾਂ ਉਸ ਤੋਂ ਬਾਅਦ ਕੰਪਨੀ ਆਪਣੇ ਪੱਧਰ ਦੇ ਉੱਤੇ ਵੀ ਜਾਂਚ ਕਰੇਗੀ ਕਿ ਆਖਿਰ ਹਾਦਸੇ ਦੇ ਪਿੱਛੇ ਕੀ ਕਾਰਨ ਰਿਹਾ ਹੈ। ਅਗਲੀ ਖਬਰ ਹੈ ਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਛੋਟੇ ਵਪਾਰੀਆਂ ਦੀ ਮਦਦ ਦੇ ਵਾਸਤੇ ਅੱਜ ਇੱਕ ਖਾਸ ਐਕਟ ਦਾ ਐਲਾਨ ਕੀਤਾ ਹੈ। ਦਰਅਸਲ ਫੈਡਰਲ ਸਰਕਾਰ ਦੇ ਵੱਲੋਂ ਜਿਹੜਾ ਕਮਰਸ਼ੀਅਲ ਪ੍ਰਾਪਰਟੀਜ਼ ਦੇ ਵਾਸਤੇ ਲੈਂਡਲੌਰਡਸ ਨੂੰ ਕਿਰਾਏ ਵਿੱਚ ਮਦਦ ਦੇਣ ਦਾ ਐਲਾਨ ਕੀਤਾ ਗਿਆ ਸੀ। 75% ਤੱਕ ਦੀ ਮਦਦ ਦਾ ਐਲਾਨ ਫੈਡਰਲ ਸਰਕਾਰ ਨੇ ਕੀਤਾ ਤੇ ਉਸ ਵਿੱਚ ਵੀ ਕਈ ਲੈਂਡਲੌਰਡ ਅਜਿਹੇ ਨੇ ਜੋ ਉਸ ਮਦਦ ਦੇ ਵਾਸਤੇ ਅਪਲਾਈ ਨਹੀਂ ਕਰ ਰਹੇ ਤੇ ਨਾਲ ਹੀ ਜਿਹੜੇ ਉਹਨਾਂ ਦੇ ਬਿਜ਼ਨਸ ਵਾਲੀਆਂ ਥਾਵਾਂ ਨੇ ਤੇ ਉਹਦੇ ਵਿੱਚ ਜਿਹੜੇ ਕਿਰਾਏਦਾਰ ਨੇ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਨੇ ਕਿ ਉਹ ਕਿਰਾਇਆ ਦੇਣ। ਪਰ ਅਜਿਹੇ ਵਿੱਚ ਹੁਣ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇੱਕ ਐਕਟ ਲਾਗੂ ਕਰ ਦਿੱਤਾ ਹੈ। ਇਹ ਐਕਟ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਫੈਡਰਲ ਸਰਕਾਰ ਦੇ ਵੱਲੋਂ ਕਮਰਸ਼ੀਅਲ ਪ੍ਰਾਪਰਟੀਜ਼ ਦੇ ਵਾਸਤੇ ਕਿਰਾਏ 'ਚ ਦਿੱਤੀ ਜਾ ਰਹੀ ਮਦਦ ਜਾਰੀ ਰਹੇਗੀ। ਇਸ ਦੇ ਵਿੱਚ ਕੀ ਹੋਵੇਗਾ ਕਿ ਜਿਹੜੇ ਲੈਂਡਲੌਰਡ ਨੇ ਉਹ ਯੋਗਤਾ ਰੱਖਦੇ ਹੋਏ ਵੀ ਜੇਕਰ ਸਰਕਾਰੀ ਪ੍ਰੋਗਰਾਮ ਦੇ ਵਾਸਤੇ ਅਪਲਾਈ ਨਹੀਂ ਕਰ ਰਹੇ ਕਿ ਉਹਨਾਂ ਨੂੰ ਕਿਰਾਏ 'ਚ 75% ਮਦਦ ਸਰਕਾਰ ਵੱਲੋਂ ਮਿਲ ਜਾਵੇ ਤਾਂ ਉਹ ਐਵਿਕਸ਼ਨ ਨੋਟਿਸ ਵੀ ਨਹੀਂ ਦੇ ਸਕਦੇ। ਇਸ ਐਕਟ ਨੂੰ ਲਾਗੂ ਕਰ ਦਿੱਤਾ ਗਿਆ ਹੈ ਕਿ ਉਹ ਨਾ ਹੀ ਉਸ ਜਿਹੜਾ ਬਿਜ਼ਨਸ ਹੈ ਚਲਾਇਆ ਜਾ ਰਿਹਾ ਹੈ ਉਹਨਾਂ ਦੇ ਪ੍ਰਾਪਰਟੀ ਦੇ ਵਿੱਚ ਕਿਰਾਏ 'ਤੇ ਲੈ ਕੇ ਉਸ ਦੇ ਵਿੱਚ ਨਾ ਹੀ ਉਹਨਾਂ ਦੀ ਕਿਸੇ ਚੀਜ਼ ਦੇ ਉੱਤੇ ਉਹ ਆਪਣਾ ਹੱਕ ਜਮਾ ਸਕਦੇ ਨੇ ਕਿ ਅਸੀਂ ਕਿਰਾਇਆ ਵਸੂਲਣ ਵਾਸਤੇ ਜਿਵੇਂ ਹੋ ਜਾਂਦਾ ਕਿ ਮਾਲਕੀ ਜਤਾਈ ਜਾਂਦੀ ਹੈ ਉਸ ਸਮਾਨ ਦੇ ਉੱਤੇ ਕਿ ਜਦੋਂ ਤੱਕ ਕਿਰਾਇਆ ਨਹੀਂ ਦਿੱਤਾ ਜਾਂਦਾ ਤਾਂ ਉਹ ਸਮਾਨ ਦਿੱਤਾ ਜਾਵੇਗਾ। ਅਜਿਹਾ ਉਹ ਕੁਝ ਨਹੀਂ ਕਰ ਸਕਦੇ ਤੇ ਨਾਲ ਹੀ ਕਿਰਾਇਆ ਵਸੂਲਣ ਦੇ ਵਾਸਤੇ ਉਹ ਐਵਿਕਸ਼ਨ ਨੋਟਿਸ ਵੀ ਨਹੀਂ ਦੇ ਸਕਦੇ ਤੇ ਇਸ ਕਰਕੇ ਜੇਕਰ ਉਹ ਯੋਗਤਾ ਰੱਖਦੇ ਨੇ ਤਾਂ ਪ੍ਰੋਗਰਾਮ ਦੇ ਲਈ ਅਪਲਾਈ ਹੀ ਕਰਨਾ ਪਵੇਗਾ ਉਹਨਾਂ ਨੂੰ। ਜੇਕਰ ਉਸ ਬਿਜ਼ਨਸ ਦੇ ਵਿੱਚ ਜਿਹੜਾ ਕਿਰਾਏਦਾਰ ਰਹਿ ਰਿਹਾ ਹੈ ਕੰਮ ਕਰ ਰਿਹਾ ਆਪਣਾ ਉਹ ਕਿਰਾਇਆ ਨਹੀਂ ਦੇ ਪਾਉਂਦਾ। ਇਸ ਐਕਟ ਨੂੰ ਲਾਗੂ ਕੀਤਾ ਗਿਆ ਹੈ ਤੇ ਨਾਲ ਹੀ ਜਿਹੜੇ ਛੋਟੇ ਬਿਜ਼ਨਸ ਨੇ ਉਹ ਇਸ ਮਦਦ ਵਾਸਤੇ ਜੇਕਰ ਯੋਗਤਾ ਨਹੀਂ ਰੱਖਦੇ ਤਾਂ ਉਹਨਾਂ ਦੇ ਵਾਸਤੇ ਵੱਖੋ ਵੱਖਰੇ ਟੈਕਸ ਨੇ ਉਹਨਾਂ ਦੇ ਵਿੱਚ ਛੋਟ ਦਿੱਤੀ ਗਈ ਹੈ ਤੇ ਪ੍ਰਾਪਰਟੀ ਟੈਕਸ ਵਿੱਚ 25% ਤੱਕ ਛੋਟ ਦਿੱਤੀ ਗਈ ਹੈ ਤਾਂ ਇਸ ਦੇ ਵਿੱਚ ਮਦਦ ਕੀਤੇ ਜਾਣ ਦਾ ਐਲਾਨ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਅੱਜ ਕੀਤਾ ਹੈ। ਤੇ ਉਧਰ ਫੈਡਰਲ ਸਰਕਾਰ ਨੇ ਜਿਵੇਂ ਕਿ ਸ਼ਹਿਰਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਸੀ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਮੇਅਰਾਂ ਦੇ ਨਾਲ ਵੀ ਉਹਨਾਂ ਦੀ ਬੈਠਕ ਸਮੇਂ-ਸਮੇਂ ਤੇ ਹੁੰਦੀ ਰਹਿੰਦੀ ਹੈ। ਸੂਬਾ ਸਰਕਾਰਾਂ ਦੇ ਨਾਲ ਵੀ ਬੈਠਕ ਹੋਈ ਕਿ ਜਿਹੜੇ ਵੀ ਸੂਬਿਆਂ ਦੇ ਪ੍ਰੀਮੀਅਰ ਨੇ ਉਹਨਾਂ ਦੇ ਨਾਲ ਬੈਠਕ ਉਹਨਾਂ ਨੇ ਕੀਤੀ ਸੀ ਤੇ ਵੀਰਵਾਰ ਨੂੰ ਬੈਠਕ ਕ੍ਰਿਸਟੀਆ ਫਰੀਲੈਂਡ ਦੇ ਨਾਲ ਹੋਈ ਸੀ ਜੋ ਡਿਪਟੀ ਪ੍ਰਾਈਮ ਮਿਨਿਸਟਰ ਨੇ ਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ $2.2 ਬਿਲੀਅਨ ਦੀ ਮਦਦ ਫੈਡਰਲ ਸਰਕਾਰ ਦੇ ਵੱਲੋਂ ਸ਼ਹਿਰਾਂ ਦੇ ਵਾਸਤੇ ਐਲਾਨ ਦਿੱਤੀ ਗਈ ਹੈ। ਇਹ ਮਦਦ ਵੈਸੇ ਵੀ ਦਿੱਤੀ ਜਾਂਦੀ ਹੈ ਸਰਕਾਰ ਦੇ ਵੱਲੋਂ ਪਰ ਕਿਸ਼ਤਾਂ ਦੇ ਵਿੱਚ 2 ਭਾਗਾਂ 'ਚ ਵੰਡ ਕੇ ਦਿੱਤੀ ਜਾਂਦੀ ਹੈ। ਪਰ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਨੂੰ ਸਥਾਈ ਬਣਾਉਣਗੇ ਕਿ 2020 ਤੇ 21 ਦੀ ਕਿਸ਼ਤ ਇਕੱਠਿਆਂ ਇੱਕੋ ਵਾਰ ਦੇ ਵਿੱਚ ਸ਼ਹਿਰਾਂ ਨੂੰ ਮਿਲ ਜਾਵੇ ਕਿਉਂਕਿ ਇਸ ਕਿਸ਼ਤ ਦੇਣ ਦੇ ਵਿੱਚ ਜਾਂ ਜਿਹੜੀ ਵਿੱਤੀ ਮਦਦ ਦਿੱਤੀ ਜਾਂਦੀ ਹੈ ਇਸ ਦੇ ਵਿੱਚ ਜਿਹੜੀ ਸ਼ਹਿਰਾਂ ਨੂੰ ਮਦਦ ਮਿਲੇਗੀ ਕਿ ਵਿੱਤੀ ਸੰਕਟ ਦੇ ਵਿੱਚ ਜਿਹੜੇ ਉਹ ਜਾ ਰਹੇ ਨੇ ਕਿਉਂਕਿ ਸ਼ਹਿਰਾਂ ਦੇ ਵੱਲੋਂ ਬਾਰ-ਬਾਰ ਮੰਗ ਕੀਤੀ ਜਾ ਰਹੀ ਸੀ ਕਿ ਸੂਬਾ ਸਰਕਾਰਾਂ ਤੇ ਫੈਡਰਲ ਸਰਕਾਰ ਉਹਨਾਂ ਦੀ ਮਦਦ ਕਰੇ, ਜਿਸ ਦੇ ਵਿੱਚ ਸੂਬਾ ਸਰਕਾਰਾਂ ਕਈ ਸ਼ਹਿਰਾਂ ਦੀ ਮਦਦ ਵਾਸਤੇ ਅੱਗੇ ਆਈਆਂ ਵੀ ਫੰਡ ਵੀ ਜਾਰੀ ਕੀਤੇ ਤੇ ਹੁਣ ਫੈਡਰਲ ਸਰਕਾਰ ਦੇ ਵੱਲੋਂ ਇਸ ਬਾਰੇ ਐਲਾਨ ਕੀਤਾ ਗਿਆ ਕਿ ਸ਼ਹਿਰਾਂ ਵਿੱਚ ਜਿਵੇਂ ਕਿ ਲਾਇਬ੍ਰੇਰੀਜ਼ ਬੰਦ ਨੇ, ਕਈ ਰੀਕ੍ਰੀਏਸ਼ਨਲ ਸੈਂਟਰ ਬੰਦ ਨੇ ਤੇ ਪਬਲਿਕ ਥਾਵਾਂ ਦੇ ਬੰਦ ਹੋਣ ਕਰਕੇ ਉਹਨਾਂ ਦੀ ਜਿਹੜੀ ਕਮਾਈ ਹੈ ਉਹ ਬਹੁਤ ਜ਼ਿਆਦਾ ਘਟ ਗਈ ਸੀ, ਜਿਸ ਦੇ ਕਰਕੇ ਘਾਟਾ ਸ਼ਹਿਰਾਂ ਨੂੰ ਪੈਣ ਦੇ ਬਾਰੇ ਬਾਰ-ਬਾਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਤੇ ਉਸ ਦੇ ਉੱਤੇ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਜਾਰੀ ਇਸ ਰਾਸ਼ੀ ਦੇ ਨਾਲ ਸ਼ਹਿਰਾਂ ਨੂੰ ਕਾਫੀ ਮਦਦ ਮਿਲੇਗੀ। And today we're demonstrating a first step forward with support for municipalities as they face a cash crunch. From testing clinics to programs for seniors, cities and towns provide essential services. So it's crucial that they have the resources they need. In response to COVID-19, we will make available $2.2 billion for municipalities in the coming weeks through their yearly federal support with the Gas Tax Fund. Normally, municipalities receive these payments in 2 installments, but we know that cities and towns need this money right away as they deal with COVID-19. That's why we're making the full 2020-21 payment available now.
ਅਗਲੀ ਖਬਰ ਹੈ ਕਿ ਕਾਲੇ ਭਾਈਚਾਰੇ ਦੇ ਵੱਲੋਂ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਸਮਰਥਨ ਦੇ ਵਿੱਚ ਹੋਰ ਭਾਈਚਾਰੇ ਵੀ ਸਾਹਮਣੇ ਆ ਰਹੇ ਨੇ ਤੇ ਕੁਝ ਇਸੇ ਤਰ੍ਹਾਂ ਐਤਵਾਰ ਨੂੰ ਮੌਂਟਰੀਅਲ ਦੇ ਵਿੱਚ ਵੀ ਕੀਤਾ ਗਿਆ ਸੀ ਪ੍ਰਦਰਸ਼ਨ। ਪਰ ਇਸ ਦੌਰਾਨ ਪ੍ਰਦਰਸ਼ਨ ਕਰਦੇ ਹੋਏ ਪੁਲਿਸ ਅਧਿਕਾਰੀਆਂ ਦੇ ਨਾਲ ਕੁਝ ਨੌਜਵਾਨ ਉਲਝ ਪਏ, ਜਿਨ੍ਹਾਂ ਦੀ ਗ੍ਰਿਫਤਾਰੀਆਂ ਵੀ ਹੋਈਆਂ ਤੇ ਪ੍ਰਦਰਸ਼ਨ ਦੇ ਹਿੰਸਕ ਹੋਣ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਾ ਜ਼ਿਕਰ ਵੀ ਕੀਤਾ ਤੇ ਨਾਲ ਹੀ ਕਿਹਾ ਕਿ ਉਹ ਸਮਝ ਸਕਦੇ ਨੇ ਕਿ ਜੋ ਨਸਲੀ ਹਮਲੇ ਹੁੰਦੇ ਨੇ ਉਹ ਮਾਨਸਿਕ ਤੌਰ ਤੇ ਕਿੰਨਾ ਜ਼ਿਆਦਾ ਪਰੇਸ਼ਾਨ ਕਰ ਦਿੰਦੇ ਨੇ ਤੇ ਕੈਨੇਡਾ ਵਿੱਚ ਨਸਲੀ ਹਮਲਿਆਂ ਦੇ ਲਈ ਕੋਈ ਥਾਂ ਨਹੀਂ ਹੈ ਤੇ ਕਾਲੇ ਭਾਈਚਾਰੇ ਦੇ ਨੌਜਵਾਨਾਂ ਦੇ ਵਾਸਤੇ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਦੇਸ਼ ਜਾਰੀ ਕੀਤਾ, ਜਿਨ੍ਹਾਂ ਇਹ ਵੀ ਕਿਹਾ ਕਿ ਪਰਿਵਾਰਾਂ ਦੇ ਲਈ ਉਹ ਸਮਝ ਸਕਦੇ ਨੇ ਕਿੰਨਾ ਜ਼ਿਆਦਾ ਚੁਣੌਤੀ ਭਰਿਆ ਹੋਵੇਗਾ ਕਿ ਬਚਪਨ ਦੇ ਵਿੱਚ ਬੱਚਿਆਂ ਨੂੰ ਜੇਕਰ ਉਹਨਾਂ ਨੂੰ ਇਹ ਦੱਸਣਾ ਪਵੇ ਕਿ ਉਹਦੇ ਰੰਗ ਕਰਕੇ ਉਸ ਨੂੰ ਵੱਡੇ ਹੋ ਕੇ ਕਿਸੇ ਨਸਲੀ ਟਿੱਪਣੀ ਦਾ ਜਾਂ ਨਸਲੀ ਹਮਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜੋ ਕਿ ਕਾਫੀ ਜ਼ਿਆਦਾ ਮੰਦਭਾਗਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸੰਬੰਧੀ ਆਪਣੇ ਵੱਲੋਂ ਹਮਦਰਦੀ ਦਾ ਪ੍ਰਗਟਾਵਾ ਕਰਦੇ ਹੋਏ ਇਸ ਦੇ ਉੱਤੇ ਕਿਹਾ ਕਿ ਕੈਨੇਡਾ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ ਕਿ ਨਸਲੀ ਟਿੱਪਣੀਆਂ ਤੇ ਨਸਲੀ ਹਮਲੇ ਜੋ ਹੁੰਦੇ ਨੇ, ਤੇ ਇਹ ਵੀ ਉਹਨਾਂ ਨੇ ਮੰਨਿਆ ਕਿ ਹਾਂ ਕੈਨੇਡਾ ਦੇ ਵਿੱਚ ਵੀ ਅਜਿਹਾ ਹੁੰਦਾ ਹੈ ਪਰ ਇਸ ਨੂੰ ਰੋਕਣ ਦੇ ਲਈ ਵੀ ਕਦਮ ਚੁੱਕੇ ਜਾਂਦੇ ਨੇ ਤੇ ਲੋਕਾਂ ਨੂੰ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਗਿਣਤੀ 'ਚ ਜਿਹੜਾ ਉਹ ਭਾਗ ਲੈ ਸਕਦੇ ਨੇ ਕਿ ਇਸ ਨੂੰ ਰੋਕਣ ਵਾਸਤੇ, ਲੋਕਾਂ ਨੂੰ ਇਸ ਦੇ ਲਈ ਜਾਗਰੂਕ ਕਰਨ ਵਾਸਤੇ ਕਿ ਕੋਈ ਅਜਿਹਾ ਨਾ ਕਰੇ, ਕਦਮ ਚੁੱਕੇ ਜਾਣ ਤਾਂ ਕਿ ਅਜਿਹਾ ਦੇਸ਼ ਦੇ ਵਿੱਚ ਕਿਤੇ ਨਾ ਵਾਪਰੇ ਕਿ ਕਿਸੇ ਨੂੰ ਨਸਲੀ ਹਮਲੇ ਜਾਂ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਵੇ। For far too many Canadians, the images and stories coming out of the US are all too familiar. As a country, we can't pretend that racism doesn't exist here. Anti-black racism is real. Unconscious bias is real. And systemic discrimination is real, and they happen here in Canada. Over the weekend, we saw thousands of people gather across the country to join peaceful protests against anti-black racism. By standing together and denouncing the few who would try to derail these demonstrations, Canadians are sending the message that they will never tolerate injustice. To young black Canadians, I hear you when you say you are anxious and angry, when you say that this brings back painful experiences of racism that you've faced. I want you to know that I'm listening and that your government will always stand with you. Together, we will keep taking meaningful action to fight racism and discrimination in every form. The status quo, where people face violence because of the color of their skin, is unacceptable. No parent should have to once again explain to their kids that they or their friends might face racism. It is time, it is past time for this to change. As leaders and allies, we must do the hard work needed to listen and learn. We must ensure that everyone is safe and respected. That includes journalists, who need to be able to do their work on the front lines to expose the truth and tell the stories we need to hear. And we must, as Canadians, always keep working together to build a fairer, better, more equitable country for all. ਤਾਂ ਇਸੇ ਤਰ੍ਹਾਂ ਜਿਵੇਂ ਕਿ ਨਸਲੀ ਟਿੱਪਣੀਆਂ ਤੇ ਨਸਲੀ ਹਮਲਿਆਂ ਦੇ ਮਾਮਲੇ ਲਗਾਤਾਰ ਸਾਹਮਣੇ ਆਉਂਦੇ ਜਾਂਦੇ ਨੇ ਤੇ ਵੈਨਕੂਵਰ ਤੋਂ ਤਾਜ਼ਾ ਮਾਮਲਾ ਸਾਹਮਣੇ ਆਇਆ, ਜਿਸ ਦੇ ਬਾਰੇ ਟ੍ਰਾਂਜ਼ਿਟ ਪੁਲਿਸ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ। ਅੱਜ ਹੀ ਇਸ ਵੀਡੀਓ ਨੂੰ ਜਾਰੀ ਕਰਦੇ ਹੋਏ ਪੁਲਿਸ ਅਧਿਕਾਰੀ ਦੇ ਵੱਲੋਂ ਮਦਦ ਦੀ ਮੰਗ ਕੀਤੀ ਗਈ ਹੈ ਇੱਕ ਔਰਤ ਦੀ ਪਛਾਣ ਕਰਨ ਦੇ ਵਾਸਤੇ। ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਦੇ ਵੱਲੋਂ ਇੱਕ ਔਰਤ ਨੂੰ ਲੱਭਣ ਵਾਸਤੇ ਸਹਿਯੋਗ ਦੀ ਮੰਗ ਕੀਤੀ ਗਈ ਹੈ, ਜਿਸ ਦੀ ਵੀਡੀਓ ਵੀ ਜਾਰੀ ਕੀਤੀ ਗਈ ਹੈ। 40 ਸਾਲ ਇਸ ਔਰਤ ਦੀ ਉਮਰ ਜਾਪਦੀ ਹੈ ਤੇ ਇਸ ਦੇ ਮੂਲ ਨਿਵਾਸੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਮਾਮਲਾ ਮੈਟਰੋ ਵੈਨਕੂਵਰ ਦੇ ਅੰਦਰ ਇੱਕ ਬੱਸ ਦੇ ਵਿੱਚ 17 ਸਾਲਾ ਲੜਕੀ ਦੇ ਉੱਤੇ ਹਮਲਾ ਕਰਨ ਦਾ ਹੈ, ਜਿਸ ਨੇ ਕਿ ਹੈਡ ਸਕਾਰਫ ਪਾਇਆ ਹੋਇਆ ਸੀ ਤੇ ਇਸ ਮਾਮਲੇ ਨੂੰ ਨਸਲੀ ਹਮਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਵੈਨਕੂਵਰ ਦੇ ਪੈਸੀਫਿਕ ਸੈਂਟਰ ਮਾਲ ਦੇ ਨੇੜੇ ਬੱਸ ਦੇ ਵਿੱਚ ਮਾਵਾਂ ਧੀਆਂ ਜਾ ਰਹੀਆਂ ਸਨ ਤੇ ਇਸੇ ਦੌਰਾਨ ਇਸ ਔਰਤ ਨੇ ਪਹਿਲਾਂ 17 ਸਾਲਾ ਲੜਕੀ ਦੇ ਉੱਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਫਿਰ ਉਸ ਦੇ ਉੱਤੇ ਹਮਲਾ ਕਰ ਦਿੱਤਾ, ਜਿਸ ਨੇ ਕਿ ਲੜਕੀ ਦੇ ਕਈ ਮੂੰਹ ਦੇ ਉੱਤੇ ਮੁੱਕੇ ਮਾਰੇ। ਜਿਸ ਤੋਂ ਬਾਅਦ ਜਦੋਂ ਇੱਕ ਵਿਅਕਤੀ ਨੇ ਉਸ ਔਰਤ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤੇ ਨਾਲ ਦੀ ਨਾਲ 911 ਕੀਤੀ ਕਿ ਪੁਲਿਸ ਨੂੰ ਪਤਾ ਲੱਗ ਜਾਵੇ ਕਿ ਆਖਿਰ ਔਰਤ ਕਿੱਥੇ ਜਾ ਰਹੀ ਹੈ, ਤਾਂ ਉਸ ਵਿਅਕਤੀ ਦੇ ਉੱਤੇ ਵੀ ਪਿੱਛੇ ਮੁੜ ਕੇ ਉਸ ਔਰਤ ਨੇ ਹਮਲਾ ਕੀਤਾ, ਜਿਸ ਤੋਂ ਬਾਅਦ ਪੁਲਿਸ ਇਸ ਨੂੰ ਲੱਭਣ ਦੇ ਵਾਸਤੇ ਹੁਣ ਮਦਦ ਦੀ ਮੰਗ ਕਰ ਰਹੀ ਹੈ।
ਅਗਲੀ ਖਬਰ ਹੈ ਸਰੀ ਦੇ ਵਿੱਚ ਇੱਕ ਕਤਲ ਹੋਇਆ ਸੀ ਸਾਲ 2019 ਵਿੱਚ ਤੇ ਘਰ ਦੇ ਵਿੱਚੋਂ ਜ਼ਖਮੀ ਹਾਲਤ ਵਿੱਚ ਗੋਲੀ ਲੱਗਿਆ ਹੋਇਆ ਵਿਅਕਤੀ ਮਿਲਿਆ ਸੀ, ਜਿਸ ਨੂੰ ਜਦੋਂ ਹਸਪਤਾਲ ਪਹੁੰਚਾਇਆ ਗਿਆ ਤਾਂ ਉਸਨੇ ਦਮ ਤੋੜ ਦਿੱਤਾ ਸੀ। ਉਸ ਮਾਮਲੇ ਵਿੱਚ ਹੁਣ ਇੱਕ ਵਿਅਕਤੀ ਨੂੰ ਆਈ ਹਿੱਟ ਨੇ ਗ੍ਰਿਫਤਾਰ ਕੀਤਾ ਹੈ ਤੇ BC ਪ੍ਰੋਸੀਕਿਊਸ਼ਨ ਸਰਵਿਸ ਨੇ ਉਸ ਦੇ ਉੱਤੇ ਮਾਮਲਾ ਦਰਜ ਕੀਤਾ ਹੈ। ਆਈ ਹਿੱਟ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਤੰਬਰ 6, 2019 ਨੂੰ ਸਵੇਰੇ 12:30 ਵਜੇ ਦੇ ਕਰੀਬ ਸਰੀ RCMP ਨੂੰ ਬੁਲਾਇਆ ਗਿਆ ਸੀ 1600 ਬਲਾਕ ਤੇ 160 ਸਟਰੀਟ ਦੇ ਉੱਤੇ ਘਰ ਵਿੱਚ, ਜਿੱਥੇ ਉਹਨਾਂ ਨੂੰ ਵੈਨ ਰਿਚਰਡ, ਜਿਸ ਦੀ 46 ਸਾਲ ਉਮਰ ਸੀ, ਉਹ ਜ਼ਖਮੀ ਹਾਲਤ ਵਿੱਚ ਘਰ 'ਚ ਮਿਲਿਆ, ਜਿਸ ਨੂੰ ਗੋਲੀ ਲੱਗੀ ਹੋਈ ਸੀ ਤੇ ਰਿਚਰਡ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ, ਜਿਸ ਤੋਂ ਬਾਅਦ ਮੌਕੇ ਤੋਂ ਪੁਲਿਸ ਨੇ 74 ਸਾਲਾ ਜਾਰਜ ਬ੍ਰੈਗ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਮਾਮਲੇ ਵਿੱਚ ਦੱਸਿਆ ਗਿਆ ਸੀ ਕਿ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ ਤੇ ਦੋਵਾਂ ਦਰਮਿਆਨ ਇੱਕ ਲੜਾਈ ਹੋਈ ਸੀ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇੱਕ ਨੇ ਦੂਜੇ ਨੂੰ ਗੋਲੀ ਮਾਰ ਦਿੱਤੀ ਤੇ ਮਾਮਲੇ ਵਿੱਚ ਹੁਣ ਜੂਨ 1, 2020 ਨੂੰ ਬ੍ਰੈਗ ਨੂੰ ਆਈ ਹਿੱਟ ਨੇ ਗ੍ਰਿਫਤਾਰ ਕਰ ਲਿਆ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰਸਟ ਡਿਗਰੀ ਮਰਡਰ ਚਾਰਜ ਉਸ ਦੇ ਉੱਤੇ ਲਗਾਏ ਗਏ ਨੇ BC ਪ੍ਰੋਸੀਕਿਊਸ਼ਨ ਸਰਵਿਸ ਦੇ ਵੱਲੋਂ ਤੇ ਹੁਣ ਮਾਮਲਾ ਅਦਾਲਤ ਵਿੱਚ ਪਹੁੰਚ ਚੁੱਕਿਆ ਹੈ, ਜਿਸ ਤੋਂ ਬਾਅਦ ਅਦਾਲਤ ਦੇ ਵੱਲੋਂ ਜੋ ਫੈਸਲਾ ਹੋਵੇਗਾ ਉਸ ਦੇ ਉੱਤੇ ਹੀ ਹੁਣ ਕੋਈ ਜਾਣਕਾਰੀ ਦਿੱਤੀ ਜਾ ਸਕੇਗੀ। ਅਗਲੀ ਖਬਰ ਹੈ ਕਿ ਅੱਜ ਤੋਂ ਜਿਵੇਂ ਬ੍ਰਿਟਿਸ਼ ਕੋਲੰਬੀਆ ਵਿੱਚ ਸਕੂਲਾਂ ਦੇ ਖੋਲ੍ਹਣ ਦੀ ਗੱਲ ਕਹੀ ਗਈ ਸੀ ਤੇ ਬ੍ਰਿਟਿਸ਼ ਕੋਲੰਬੀਆ 'ਚ ਸਕੂਲਾਂ ਦੇ ਆਲੇ ਦੁਆਲੇ ਮੁੜ ਤੋਂ ਰਫ਼ਤਾਰ ਨੂੰ ਲੈ ਕੇ ਵਾਹਨਾਂ ਨੂੰ ਚੇਤਾਵਨੀਆਂ ਵੀ ਦਿੱਤੀਆਂ ਗਈਆਂ ਤੇ ਪੁਲਿਸ ਅਧਿਕਾਰੀਆਂ ਨੇ ਧਿਆਨ ਵੀ ਰੱਖਿਆ ਤੇ ਟਿਕਟਸ ਵੀ ਮਿਲੀਆਂ ਲੋਕਾਂ ਨੂੰ ਜੋ ਕਿ ਰਫ਼ਤਾਰ ਦੀ ਸੀਮਾ ਦੀ ਉਲੰਘਣਾ ਕਰ ਰਹੇ ਸਨ ਤੇ ਨਾਲ ਹੀ ਸਾਰੇ ਹੀ ਬ੍ਰਿਟਿਸ਼ ਕੋਲੰਬੀਅਨਸ ਨੂੰ ਕਿਹਾ ਗਿਆ ਕਿ ਜਿਹੜੇ ਵੀ ਡਰਾਈਵਰ ਸਕੂਲਾਂ ਦੇ ਨੇੜਿਓਂ ਲੰਘਦੇ ਨੇ ਉਹ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਸਵੇਰੇ 8 ਵਜੇ ਤੋਂ ਸ਼ਾਮੀ 5 ਵਜੇ ਤੱਕ ਨਾ ਲੰਘਣ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅੱਜ ਤੋਂ ਸਕੂਲਾਂ ਦੇ ਆਲੇ ਦੁਆਲੇ 30 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਸਵੇਰੇ 8 ਵਜੇ ਤੋਂ ਸ਼ਾਮੀ 5 ਵਜੇ ਤੱਕ ਅੱਪਰ ਫਰੇਜ਼ਰ ਵੈਲੀ ਤੇ ਨਾਲ ਹੀ ਚਲਾਵੈਕ ਵਿੱਚ ਸਵੇਰੇ 7:30 ਤੋਂ ਸ਼ਾਮੀ 5 ਵਜੇ ਤੱਕ ਵਾਹਨਾਂ ਦੇ ਰਫ਼ਤਾਰ ਦੀ ਸੀਮਾ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਤੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਦੇ ਵੱਲੋਂ ਇੱਕ ਤਸਵੀਰ ਵੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਸਪੀਡ ਡਿਟੈਕਟਰ ਦੇ ਰਾਹੀਂ ਪੁਲਿਸ ਅਧਿਕਾਰੀ ਵੱਲੋਂ ਵਾਹਨਾਂ ਦੀ ਰਫ਼ਤਾਰ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਕਿਹਾ ਕਿ ਉਹ BC RCMP ਤੇ ਨਾਲ ਹੀ ICBC ਨਾਲ ਮਿਲ ਕੇ ਇਸ ਦੇ ਉੱਤੇ ਕੰਮ ਕਰਦੇ ਨੇ ਤੇ ਹਰ ਸਾਲ ਪੂਰਾ ਇਸ ਦੇ ਉੱਤੇ ਧਿਆਨ ਰੱਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਲੋਕਾਂ ਨੂੰ ਜਾਗਰੂਕ ਕਰਨਾ ਹੈ ਤੇ ਨਾਲ ਹੀ ਕਿਸੇ ਵੀ ਵਾਹਨ ਦੇ ਰਫ਼ਤਾਰ ਦੀ ਉਲੰਘਣਾ ਕਰਨ ਦੇ ਉੱਤੇ ਕਿਸ ਤਰ੍ਹਾਂ ਉਹਨਾਂ ਨੂੰ ਕਾਬੂ ਕਰਨਾ ਤੇ ਕਾਰਵਾਈ ਕਰਨੀ ਹੈ। ਇਸ ਮੌਕੇ ਸਕੂਲ ਬੱਸਾਂ ਦਾ ਵੀ ਧਿਆਨ ਰੱਖਣ ਦੇ ਵਾਸਤੇ ਸਭ ਨੂੰ ਕਿਹਾ ਗਿਆ ਹੈ ਕਿ ਸਕੂਲ ਬੱਸਾਂ ਦੀਆਂ ਜੇਕਰ ਰੈੱਡ ਲਾਈਟ ਫਲੈਸ਼ ਹੋ ਰਹੀਆਂ ਹੋਣ ਤਾਂ ਹਰ ਵਾਹਨ ਨੂੰ ਉੱਥੇ ਸੜਕ ਦੇ ਉੱਤੇ ਰੁਕਣਾ ਪਵੇਗਾ ਤੇ ਬਾਰ-ਬਾਰ ਸਾਰਿਆਂ ਨੂੰ ਯਾਦ ਕਰਵਾਇਆ ਜਾ ਰਿਹਾ ਹੈ ਕਿ ਵਾਹਨ ਜਦੋਂ ਵੀ ਸਕੂਲ ਦੇ ਕੋਲੋਂ ਕੱਢਣੇ ਨੇ ਤਾਂ ਆਲੇ ਦੁਆਲੇ ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਬੱਚੇ ਉੱਥੇ ਮੌਜੂਦ ਨਾ ਹੋਣ ਤੇ ਨਾਲ ਹੀ ਸਿਰਫ ਡਰਾਈਵਰਸ ਨੂੰ ਨਹੀਂ ਸਗੋਂ ਪੈਡੈਸਟਰੀਅਨਸ ਨੂੰ ਵੀ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਸੜਕ ਵੀ ਪਾਰ ਕਰਨੀ ਹੈ ਤਾਂ ਕਾਲੇ ਕੱਪੜੇ ਨਾ ਪਾਏ ਜਾਣ ਤੇ ਨਾਲ ਹੀ ਆਪਣੇ ਆਲੇ ਦੁਆਲੇ ਜ਼ਰੂਰ ਦੇਖਿਆ ਜਾਵੇ ਕਿ ਕੋਈ ਵਾਹਨ ਆ ਰਿਹਾ ਜਾਂ ਨਹੀਂ ਤੇ ਧਿਆਨ ਨਾਲ ਸੜਕ ਪਾਰ ਕੀਤੀ ਜਾਵੇ ਤੇ ਕੁਝ ਇਸੇ ਤਰ੍ਹਾਂ ਡਰਾਈਵਰਸ ਦੇ ਵਾਸਤੇ ਹੈ ਕਿ ਇੱਕਦਮ ਕੋਈ ਸੜਕ ਦੇ ਉੱਤੇ ਨਾ ਆ ਜਾਵੇ। ਬੱਚੇ ਬੱਸ ਚੋਂ ਨਿਕਲ ਕੇ ਜੇਕਰ ਜਾ ਰਹੇ ਨੇ ਤਾਂ ਸਾਰੇ ਵਾਹਨ ਉਸੇ ਥਾਂ ਦੇ ਉੱਤੇ ਰੁਕ ਜਾਣ ਤੇ ਪੂਰਾ ਧਿਆਨ ਰੱਖਣ ਕਿ ਕਿਸੇ ਦਾ ਨੁਕਸਾਨ ਨਾ ਹੋਵੇ। ਇਸ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਅੰਤ ਵਿੱਚ ਮੁੜ ਤੋਂ ਇੱਕ ਨਜ਼ਰ ਹੈਡਲਾਈਨਸ ਤੇ। ਸਭ ਤੋਂ ਪਹਿਲਾਂ ਦੱਸਾਂਗੇ ਕੈਨੇਡਾ ਭਰ ਤੋਂ ਕਿੰਨੇ ਹੋ ਗਏ ਨੇ ਕਰੋਨਾ ਵਾਇਰਸ ਦੇ ਅੰਕੜੇ ਤੇ ਹਰ ਸੂਬੇ ਦੇ ਵਿੱਚ ਕਿੰਨੇ ਹੋ ਗਏ ਨੇ ਠੀਕ, ਕਿੰਨੀਆਂ ਹੋਈਆਂ ਮੌਤਾਂ ਤੇ ਕਿੰਨੇ ਨੇ ਮਰੀਜ਼। ਐਡਮੰਟਨ ਵਿੱਚ 2 ਥਾਵਾਂ ਤੇ ਪਰਿਵਾਰਾਂ ਵੱਲੋਂ ਕੀਤੇ ਇਕੱਠ ਕਰਕੇ ਫੈਲਿਆ ਕਰੋਨਾ ਵਾਇਰਸ। ਹੁਣ ਤੱਕ 10 ਮਰੀਜ਼ਾਂ ਦੀ ਗਿਣਤੀ ਇਸ ਕਰਕੇ ਆਈ ਸਾਹਮਣੇ। ਓਨਟਾਰੀਓ ਸਰਕਾਰ ਨੇ ਦੱਸਿਆ ਅੱਜ ਸਾਹਮਣੇ ਆਏ ਅੰਕੜਿਆਂ ਵਿੱਚੋਂ 80 ਤੋਂ ਜ਼ਿਆਦਾ ਮਰੀਜ਼ ਹਨ ਪ੍ਰਵਾਸੀ ਕਾਮੇ। ਪ੍ਰਵਾਸੀ ਕਾਮਿਆਂ ਬਾਰੇ ਹੋਰ ਵੀ ਜਾਣਕਾਰੀ ਕੀਤੀ ਗਈ ਜਾਰੀ। ਸਰੀ ਵਿੱਚ ਅੱਜ ਰੇਲ ਯਾਰਡ ਅੰਦਰ ਇੱਕ ਰੇਲਵੇ ਦੇ ਕਾਮੇ ਦੀ ਮੌਤ, ਚੱਲ ਰਹੀ ਹੈ ਜਾਂਚ। ਯੋਗਤਾ ਰੱਖਣ ਤੇ ਵੀ ਸਰਕਾਰੀ ਮਦਦ ਲਈ ਅਪਲਾਈ ਨਾ ਕਰਨ ਵਾਲੇ ਲੈਂਡਲੌਰਡਸ ਦੇ ਲਈ ਐਕਟ ਲਾਗੂ, ਨਹੀਂ ਦੇ ਸਕਦੇ ਐਵਿਕਸ਼ਨ ਨੋਟਿਸ। ਕੈਨੇਡਾ ਸਰਕਾਰ ਨੇ ਵੱਖੋ ਵੱਖਰੇ ਸ਼ਹਿਰਾਂ ਲਈ ਮਦਦ ਲਈ 2 ਬਿਲੀਅਨ ਤੋਂ ਵੱਧ ਦੀ ਮਦਦ ਦਾ ਕੀਤਾ ਐਲਾਨ। ਦੱਸਾਂਗੇ ਹੋਰ ਕੀ ਕੁਝ ਕਿਹਾ ਗਿਆ। ਮੌਂਟਰੀਅਲ ਵਿੱਚ ਪ੍ਰਦਰਸ਼ਨਾਂ ਨੇ ਧਾਰਿਆ ਹਿੰਸਕ ਰੂਪ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤੀ ਨਿਖੇਧੀ ਤੇ ਕਾਲੇ ਭਾਈਚਾਰੇ ਦੇ ਨੌਜਵਾਨਾਂ ਲਈ ਦਿੱਤਾ ਸੰਦੇਸ਼। ਬੱਸ ਵਿੱਚ 17 ਸਾਲਾ ਲੜਕੀ ਤੇ ਇੱਕ ਔਰਤ ਨੇ ਕੀਤਾ ਹਮਲਾ। ਪੁਲਿਸ ਨੇ ਵੀਡੀਓ ਜਾਰੀ ਕਰਕੇ ਔਰਤ ਨੂੰ ਲੱਭਣ ਲਈ ਮੰਗੀ ਮਦਦ। ਖਬਰਾਂ ਦੇ ਇਸ ਬੁਲੇਟਿਨ ਵਿੱਚ ਅੱਜ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।